ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜੀ ਬਾਣੀ ਦੀ ਰਚਨਾ ਕੀਤੀ ਹੈ ਨਾ, ਇਹ ਬੜਿਆਂ ਵਿਸ਼ਿਆਂ ਉੱਤੇ ਕੀਤੀ ਆ। ਜਿੱਦਾਂ ਥਿੱਤਾਂ, ਵਾਰਾਂ, ਪੈਰਾਂ, ਸੂਰਜ, ਚੰਦਰਮਾ, ਹਰੇਕ ਦੇ ਉੱਤੇ ਹੀ, ਮੰਗਲ, ਸ਼ੁੱਕਰ, ਸ਼ਨੀ, ਹਰੇਕ 'ਤੇ ਹੀ। ਜਿਸ ਤਰ੍ਹਾਂ ਬਾਹਰ ਹਰੇਕ 'ਤੇ 12 ਮਾਹਾਂ, 6 ਰੁੱਤਾਂ, ਥਿੱਤਾਂ, ਵਾਰੀ, ਵਾਰ, ਇਹਨਾਂ ਵਿਸ਼ਿਆਂ ਉੱਤੇ ਬਾਣੀ ਦੀ ਰਚਨਾ ਹੋਈ ਆ। ਕੁਝ ਇਤਿਹਾਸ ਨੂੰ ਲੈ ਕੇ ਬਾਣੀ ਦੀ ਰਚਨਾ ਹੋਈ ਆ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਖੁਰਾਸਾਨ ਖਸਮਾਨਾ ਕੀਆ। ਹਾਂਜੀ, ਹਿੰਦੁਸਤਾਨ ਡਰਾਇਆ, ਜਿਨ ਸਿਰ ਸੋਹਨ ਪੱਟੀਆਂ। ਇਹ 4 ਸ਼ਬਦ ਨੇ ਜਿਹੜੇ ਬਾਬਰ ਦੇ ਹਮਲੇ ਨੂੰ ਸਾਹਮਣੇ ਰੱਖ ਕੇ ਹੋਇਆ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਨੇ। ਉਸੇ ਤਰ੍ਹਾਂ ਹੀ ਮਨੁੱਖ ਦੇ ਸੁਭਾਅ ਨੂੰ ਵੀ ਅੱਗੇ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਬਾਣੀ ਦੀ ਰਚਨਾ ਕੀਤੀ ਹੈ। ਉਹਦੇ 'ਚ ਇੱਕ ਆਉਂਦਾ ਹੈ ਕੁਚੱਜੀ, ਦੂਸਰਾ ਸੁਚੱਜੀ, ਅਤੇ ਤੀਸਰਾ ਗੁਣਵੰਤੀ। ਇਹ ਤਿੰਨੇ ਜਿਹੜੇ ਸ਼ਬਦ ਨੇ ਨਾ, ਕੁਚੱਜੀ, ਸੁਚੱਜੀ, ਗੁਣਵੰਤੀ, ਇਹ ਸੂਹੀ ਰਾਗ ਦੇ ਅੰਦਰ ਨੇ। ਪਹਿਲੇ ਜਿਹੜੇ 2 ਸ਼ਬਦ ਨੇ, ਕੁਚੱਜੀ, ਸੁਚੱਜੀ, ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਅਤੇ ਜਿਹੜਾ ਤੀਸਰਾ ਬਚਨ ਆ ਗੁਣਵੰਤੀ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ। ਅਤੇ ਮਹਾਰਾਜ ਨੇ ਜਿਹੜਾ ਕੁਚੱਜਾਪਣ ਜਿਹੜਾ ਸ਼ਬਦ ਨਾ, ਜਿਹੜੇ ਕੁਚੱਜੇਪਣ 'ਤੇ ਲਿਖਿਆ ਹੈ, ਕਹਿੰਦੇ ਫਲਾਣਾ ਬੰਦਾ ਤਾਂ ਬੜਾ ਕੁਚੱਜਾ ਵਾ। ਕੁਚੱਜੇ ਦਾ ਮਤਲਬ ਜਿਹਦੇ ਕੋਲ ਕੋਈ ਗੁਣ ਨਹੀਂ ਹੈ, ਕੋਈ ਸੰਸਾਰ ਦੇ ਨਾਲ ਸਹੀ ਵਰਤੋਂ ਵਿਹਾਰ, ਪਰਿਵਾਰ ਦੇ ਨਾਲ ਸਹੀ ਵਰਤੋਂ ਵਿਹਾਰ ਨਹੀਂ ਕਰਦਾ, ਉਹਨੂੰ ਲੋਕ ਨਿਕੰਮਾ ਅਤੇ ਕੁਚੱਜਾ ਕਹਿੰਦੇ ਨੇ। ਤੇਰੀ ਮਾਂ ਕੁਚੱਜੀ ਆਈ, ਜਿਸ ਤਰ੍ਹਾਂ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ। ਉਹਨਾਂ ਨੇ ਆਖਿਆ ਤੁਸੀਂ ਜੋਗੀ ਹੁੰਦਿਆਂ ਆ ਗ੍ਰਸਤੀ ਬਣ ਗਏ, ਅਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਤੇਰੀ ਮਾਂ ਕੁਚੱਜੀ ਆਈ। ਬਾਬਾ ਆਖੇ ਨਾਥ ਜੀ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤੇ ਦੂਜੇ ਪਾਏ ਫੁੱਲ ਛੁਡਾਈ। ਇੱਥੇ ਮਾਂ ਦਾ ਮਤਲਬ ਗੁਰੂ। ਗੁਰੂ ਸਦਾਏ ਅੰਧ ਲਾਕੇ ਸੋ ਮਾਰਗ ਪਾਵੇ, ਅੱਜ ਵੀ ਬਚਨ ਆਇਆ ਸੀ ਦਰਬਾਰ ਸਾਹਿਬ ਦੇ ਹੁਕਮ ਅੰਦਰ। ਸਾਹਿਬ ਕਹਿੰਦੇ ਨਾਥ ਜੀ ਤੁਹਾਡੇ ਜਿਹੜਾ ਮਾਂ ਵਾ, ਤੁਹਾਡੀ ਗੁਰੂ ਆ, ਜਿਹੜਾ ਗੁਰੂ ਨੂੰ ਮਾਨ ਦੇ ਨਾਲ ਤੁਲਨਾ ਦੇ ਦਿੱਤੀ। ਤੇਰੀ ਮਾਂ ਕੁਚੱਜੀ, ਜਿਹੜੇ ਤੁਹਾਡੀ ਮਾਂ ਭਾਵ ਗੁਰੂ ਆ ਜਿਹੜਾ ਤੁਹਾਡਾ, ਉਹ ਕੁਚੱਜਾ ਵਾ। ਜੇ ਉਹਦੇ ਪੱਲੇ ਕੁਛ ਹੁੰਦਾ ਤਾਂ ਤੁਹਾਡੇ ਕੰਨਾਂ 'ਚ ਮੁੰਦਰਾ ਨਾ ਪਾਉਂਦਾ। ਜੇ ਤੁਹਾਡਾ ਗੁਰੂ ਸੁਚੱਜਾ ਹੁੰਦਾ ਤਾਂ ਤੁਹਾਡੇ ਸਿਰ 'ਤੇ ਸਵਾਹ ਨਾ ਪਾਉਂਦਾ। ਗੁਰੂ ਕੁਚੱਜਾ ਸੀ ਅਤੇ ਤੁਸੀਂ ਕੁਚੱਜੇ ਦੇ ਮਗਰ ਲਾ ਕੇ ਜੀਵਨ ਨੂੰ ਕੁਚੱਜਾ ਬਣਾ ਲਿਆ। ਅਤੇ ਇਹ ਜਿਹੜੇ ਸੂਹੀ ਮਹੱਲਾ ਪਹਿਲਾ ਕੁਚੱਜੀ, ਹਾਲਾਂਕਿ ਜਦੋਂ ਤੁਸੀਂ ਇਸ ਨੂੰ ਪੜ੍ਹਦੇ ਜਾਓਗੇ ਨਾ ਥੱਲੇ ਨੂੰ, ਅਤੇ ਜਿੱਥੇ ਕੁਚੱਜੀ ਦੇ ਲੱਛਣ ਨੇ ਉੱਥੇ ਵਿੱਚ ਨਾਲ ਸੁਚੱਜੀ ਦੇ ਲੱਛਣ ਵੀ ਦੱਸੇ ਹੋਏ ਨੇ, ਗੁਣਵੰਤੀ ਦੇ ਲੱਛਣ ਵੀ ਦੱਸੇ ਹੋਏ ਨੇ। ਹਾਲਾਂਕਿ 3 ਵਸਤੂਆਂ ਨੇ, ਕੁਚੱਜੀ, ਸੁਚੱਜੀ ਅਤੇ ਗੁਣਵੰਤੀ। ਕੁਚੱਜੀ ਭੈੜੀ ਨਿਕੰਮੀ, ਸੁਚੱਜੀ ਥੋੜ੍ਹੇ ਚੰਗੇ ਚਾਲ ਚੱਲਣ ਵਾਲੀ ਪਰ ਸੁਹਾਗਣ ਨਹੀਂ ਹੈ। ਗੁਣਵੰਤੀ ਹੀ ਸੁਹਾਗਣ ਹੈ। ਜਿਹੜੀ ਸੁਚੱਜੀ ਹੈ ਨਾ, ਉਹ ਸੋਹਣਾ ਜੀਵਨ ਜੀਂਦੀ ਹੈ,
पर ਉਹਦੇ ਕੋਲ ਸੁਹਾਗ ਨਹੀਂ ਹੈ। ਤੇ ਸੁਹਾਗ ਕਿਸ ਕੋ ਹੁੰਦਾ ਹੈ? ਗੁਣਵੰਤੀ ਦੇ ਕੋਲ। ਇਹ ਸ਼ਬਦ ਪੜ੍ਹੋਗੇ ਤੁਹਾਨੂੰ ਵਿੱਚੋਂ ਮਿਲ ਜਾਣਾ ਹੈ। ਉਹ ਮਾਰ ਨੇ ਉਹਦੇ ਵਿੱਚ ਜਿੱਥੇ ਕੁਚੱਜੀ ਦੇ ਲੱਛਣ ਲਿਖੇ ਨੇ, ਉਸੇ ਸ਼ਬਦ 'ਚ ਗੁਣਵੰਤੀ ਦੇ ਲੱਛਣ ਵੀ ਲਿਖ ਦਿੱਤੇ ਨੇ। ਕੁਚੱਜੀ ਦੇ ਲੱਛਣ ਕੀ ਨੇ? ਕਿ ਮੰਝ ਕੁਚੱਜੀ ਅਮਾਵਣ। ਮੰਝ ਇਹ ਮੇਰੇ ਹਿਸਾਬ ਨਾਲ ਕੋਈ ਲਹਿੰਦੇ ਪੰਜਾਬ ਦੇ ਜਿਹੜੀ ਇੱਧਰ ਨੂੰ ਸਿੰਧ ਦਰਿਆ ਵਾਲੇ ਪਾਸੇ ਨੂੰ ਲੱਗਦੀ ਉਹ ਭਾਸ਼ਾ ਵਾ ਜਾਪਦੀ। ਮੰਝ, ਕੁਚੱਜੀ, ਅਮਾਵਣ। ਅਮਾਵਣ ਬੇਸਮਝ, ਕੁਚੱਜੀ, ਅਮਾਵਣ ਡੋਸੜੇ। ਹੁਣ ਆਪਾਂ ਕਹਿੰਦੇ ਦੋਸ਼, ਜਿੱਦਾਂ ਜਪਜੀ ਸਾਹਿਬ ਦੋਸ਼ੀ ਦੋਸ਼ ਧਰੇ, ਇਹ ਹੁਣ ਠੇਠ ਪੰਜਾਬੀ ਆ। ਦੋਸ਼ੀ ਦੋਸ਼ ਧਰੇ। ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗੇ ਬੈਸਣ ਨਹੀਂ ਥਾਏ, ਕਿਆ ਮੋਹ ਦੇਸੀ ਜਾਏ। ਪਰ ਇੱਥੇ ਡੋਸੜੇ, ਲਹਿੰਦੇ ਪੰਜਾਬ ਦੀ ਭਾਸ਼ਾ ਡੋਸੜੇ, ਅਸੀਂ ਦੋਸ਼ ਕਹਿੰਦੇ, ਉਹ ਡੋਸੜੇ ਕਹਿੰਦੇ ਨੇ। ਮੰਝ ਅਮਾਵਣ, ਮੰਝ ਕੁਚੱਜੀ ਅਮਾਵਣ ਡੋਸੜੇ, ਹਉ ਕਿਉਂ ਸੌ ਰਾਵਣ ਜਾਓ ਜੀਓ। ਜਿਹੜੇ ਕੁਚੱਜੇ ਨੇ, ਇਹਨੂੰ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ। ਜਿਨ੍ਹਾਂ ਕੋ ਕੋਈ ਗੁਣ ਨਹੀਂ ਆ, ਉਹ ਰੱਬ ਨੂੰ ਕਿਵੇਂ ਮਾਣ ਸਕਣਗੇ? ਉਹਦੇ ਨਾਲ ਕਿਵੇਂ ਜੁੜ ਸਕਣਗੇ? ਜੁੜਿਆ ਹੀ ਨਹੀਂ ਜਾਣਾ। ਹਉ ਕਿਉਂ ਸੌ ਰਾਵਣ ਜਾਓ ਜੀਓ। ਫਿਰ ਕਿਸ ਤਰ੍ਹਾਂ ਰੱਬ ਨੂੰ ਮਿਲੋਗੇ ਤੁਸੀਂ? ਤੇ ਅਗਲੀ ਤੁਕ ਜਿਹੜੀ ਉਹ ਸੁਚੱਜੀ ਉੱਤੇ ਆ, ਗੁਣਵੰਤੀ ਉੱਤੇ ਆ। ਸ਼ਬਦ ਇੱਕੋ ਹੀ ਆ। ਜਿਨੀ ਸਖੀਏ ਸੌ ਰਾਵਿਆ, ਅਗਲੀ ਸੁਚੱਜੀ ਗੁਣਵੰਤੀ। ਜਿਨੀ ਸਖੀਏ ਸੌ ਰਾਵਿਆ, ਤੇ ਪਹਿਲੀ ਤੁਕ ਸੀ ਹਉ ਕਿਉਂ ਸੌ ਰਾਵਣ ਜਾਉ। ਮੈਂ ਕਿਸ ਤਰ੍ਹਾਂ ਉਹਦੇ ਵਾਲੇ ਪੱਖ 'ਚ ਜਾਵਾਂ, ਕਿਸ ਤਰ੍ਹਾਂ ਉਸ ਨੂੰ ਮਾਣਾ, ਕਿਸ ਤਰ੍ਹਾਂ ਉਹਦੀ ਹੋਵਾਂ। ਹਉ ਕਿਉਂ ਸੌ ਰਾਵਣ ਜਾਓ ਜੀਓ। ਕਿਉਂ? ਡੋਸੜੇ ਨੇ। ਤੇ ਅਗਲੀ ਤੁਕ ਹੈ ਕਿ ਜਿਨੀ ਸਖੀਏ ਸੌ ਰਾਵਿਆ, ਉਹ ਤੇ ਕੁਚੱਜੀਆਂ ਤੇ ਉੱਧਰ ਜਾ ਨਹੀਂ ਸਕਦੀਆਂ। ਤੇ ਜਿਨ੍ਹਾਂ ਨੇ ਉਹਨੂੰ ਰਾਵਿਆ ਵਾ, ਮਾਣਿਆ ਵਾ, ਉਹਦਾ ਰਸ ਆਨੰਦ, ਜਿਨ੍ਹਾਂ ਦਾ ਉਹਨਾਂ ਨਾਲ ਮਿਲਣ ਹੋਇਆ ਵਾ, ਜਿਨ੍ਹਾਂ ਨੂੰ ਉਸ ਦਾ ਮਿਲਣ ਹੋਇਆ ਵਾ, ਉਹ ਕੌਣ ਨੇ? ਸੇ ਅੰਬੜੀ ਸੇ ਅੰਬੀ ਛਾਵੜੀ ਇਹ ਜਿਓ। ਅੰਬੀ ਜਿਹੜਾ ਅੰਬ ਦਾ ਬੂਟਾ, ਇੱਥੇ ਅੰਬੀ ਲਿਖਿਆ। ਸੇ ਅੰਬੀ ਛਾਵੜੀ ਇਹ ਜਿਓ। ਛਾਵੜੀ ਮਾਣੇ ਛਾਂ। ਜਿਨ੍ਹਾਂ ਨੇ ਰੱਬ ਨੂੰ ਮਾਣਿਆ, ਮਾਨੋ ਉਹ ਅੰਬ ਦੀ ਛਾਂ ਨੇ। ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਬਹੁਤੀ ਛਾਉ ਪਤਰਾਲੀ, ਮਾਤਾ ਖੀਵੀ ਸੌ ਸੋਏ। ਉਹ ਬਲਵੰਡ ਜੀ ਲਿਖਦੇ ਨੇ ਕਿ ਬਲਵੰਡ ਨੀਵੀ ਬਲਵੰਡ ਖੀਵੀ ਨੇਕ ਜਨ। ਖੀਵੀ ਮਾਤਾ ਖੀਵੀ ਜੀ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ, ਬਹੁਤਿਆਂ ਪੱਤਿਆਂ ਵਾਲੀ ਛਾਂ। ਅਤੇ ਬਹੁਤਿਆਂ ਪੱਤਿਆਂ ਵਾਲੀ ਛਾਂ ਵਿੱਚੋਂ ਜਿਹੜੀ ਅੰਬ ਦੀ ਛਾਂ, ਉਸ ਨੂੰ ਸਭ ਤੋਂ ਠੰਡੀ ਛਾਂ ਮੰਨਿਆ ਜਾਂਦਾ। ਜਿੱਥੇ ਅੰਬਾਂ ਦਾ ਬਾਗ ਹੋਵੇ, ਉੱਥੇ ਕਿਸੇ ਏਸੀ ਲਾਉਣ ਦੀ ਲੋੜ ਨਹੀਂ, ਕਿਉਂਕਿ ਅੰਬਾਂ ਦੇ ਪੱਤਿਆਂ ਵਿੱਚੋਂ ਹੀ ਠੰਡ ਨਿਕਲਦੀ ਹੈ। ਜਿਉਂ-ਜਿਉਂ ਉੱਤੋਂ ਗਰਮੀ ਪੈਂਦੀ ਜਾਂਦੀ, ਤਿਉਂ-ਤਿਉਂ ਉਹਦੇ ਵਿੱਚੋਂ ਠੰਡ ਸਾਨੂੰ ਨਿਕਲਦੀ ਹੈ। ਸਾਹਿਬ ਕਹਿੰਦੇ ਜਿੰਨੀ ਸਖੀਏ ਸੌ ਰਾਵਿਆ, ਸੇ ਅੰਬੀ, ਉਹ ਅੰਬਾਂ ਦੀ ਛਾਂ ਨੇ, ਬੜੇ ਠੰਡੇ ਨੇ। ਉਹ ਗੁਰੂ ਤੇਗ ਬਹਾਦਰ ਸਾਹਿਬ ਵਰਗੇ ਬੜੇ ਠੰਡੇ ਨੇ।
ਗੋਲੀ ਚਲਾਤੀ, ਠੰਡੇ ਦੇ ਠੰਡੇ ਰਹੇ ਨੇ। ਅਤੇ ਜਿਹੜੇ ਬਹੁਤੇ ਤਪ ਜਾਂਦੇ ਨੇ, ਤੱਤੇ ਹੋ ਜਾਂਦੇ ਨੇ, ਉਹ ਬੰਦੂਕਾਂ ਫੜ ਕੇ ਗੁਰਦੁਆਰਿਆਂ ਤੁਰੇ ਆਉਂਦੇ ਨੇ। ਜੇ ਮੱਥਾ ਵੀ ਟੇਕਣਾ ਹੈ ਗੁਰਦੁਆਰੇ ਤਾਂ 15 ਬੰਦੂਕਾਂ ਨਾਲ ਮੇਰੇ ਚਾਹੀਦੀਆਂ ਜੀ। ਅਤੇ ਜੇ ਕੋਈ ਠਾਹ ਕਰੂਗਾ ਕੋਈ ਉੱਥੇ ਗੁਰਦੁਆਰੇ ਵੀ ਕੋਈ ਤੇਰੇ ਫੇੜ 'ਤੇ ਠਾਹ ਕਰ ਦਿਆਂਗੇ। ਜਿਹੜੇ ਬਹੁਤੇ ਤੱਤੇ ਹੋ ਜਾਂਦੇ ਨੇ, ਬਹੁਤੇ ਗਰਮ ਹੋ ਜਾਂਦੇ ਨੇ, ਉਹ ਬੰਦੂਕਾਂ ਚੁੱਕ ਕੇ ਗੁਰਦੁਆਰੇ ਵੜ ਜਾਂਦੇ ਨੇ। 15 ਬੰਦੂਕਾਂ ਨਾਲ ਮੱਥਾ ਟੇਕਿਆ ਜਾਂਦਾ ਉਹਨਾਂ ਦਾ ਤਾਂ। ਪਰ ਜਿਨ੍ਹਾਂ ਨੇ ਰਾਵਿਆ ਸੇ ਅੰਬੀ ਛਾਵੜੀ ਇਹ ਜੀ, ਉਹ ਬੜੀਆਂ ਛਾਵੀਆਂ ਨੇ, ਬੜੀਆਂ ਠੰਡੀਆਂ ਨੇ। ਉਹ ਤਾਂ ਕੁਚੱਜੀ ਦੇ ਕੀ ਲੱਛਣ ਹੁੰਦੇ ਨੇ? ਉੱਥੇ ਸਾਹਿਬ ਨੇ ਲਿਖਿਆ ਕਿ ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜੀਓ। ਬਸ ਇਹਨਾਂ ਚੀਜ਼ਾਂ ਦੇ ਪਿੱਛੇ ਕੁਚੱਜੀ ਭੱਜਣ ਦਈ ਆ। ਸੋਨਾ ਇਕੱਠਾ ਕਰ ਲਓ, ਚਾਂਦੀ ਇਕੱਠਾ ਕਰ ਲਓ, ਰੰਗਲਾ ਮਹਿਲ ਬਣਾ ਲਓ, ਮੋਤੀ ਇਕੱਠੇ ਕਰ ਲਓ। ਇਹ ਕੁਚੱਜੇ ਬੰਦੇ ਦੀਆਂ ਨਿਸ਼ਾਨੀਆਂ ਨੇ ਧਰਮ ਦੇ ਅੰਦਰ। ਇਹ ਕੁਚੱਜੇ ਲੋਕ ਨੇ। ਕੀ ਲੱਛਣ ਨੇ? ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਲਾਲ ਜੀਓ। ਤੈਸੈ ਵਸਤੂ ਸਹਿ ਦਿੱਤੀਆਂ, ਮੈਂ ਤਿਸ ਚੋਂ ਲਾਇਆ ਚਿੱਤ ਜੀਓ। ਬਸ ਕੁਚੱਜੀ ਉਹ ਵਾ ਜਿਹਦਾ ਚਿੱਤ ਸੰਸਾਰ ਨਾ ਲੱਗ ਜਾਵੇ। ਤੇ ਗੁਣਵੰਤੀ ਕੌਣ ਵਾ? ਤਿਆਗੇ ਮਨ ਕੀ ਮਤ ਜੀਓ। ਵਸਾਰੇ ਦੂਜਾ ਭਾਉ ਜੀਓ, ਪਾਵੇ ਹਰ ਦਰਸਾਵਲਾ ਨਹੀਂ ਲੱਗੇ ਤੱਤੀ ਵਾਓ ਜੀਓ। ਇਹ ਆ ਗੁਣਵੰਤੀ। ਤੇ ਜਿਹੜੀ ਕੁਚੱਜੀ ਆ ਉਹ ਕੀ ਕਰਦੀ ਆ? ਮਿੱਟੀ ਮੰਦਰ ਮਿੱਟੀ ਸੰਦੜੇ, ਪੱਥਰ ਕੀਚੇ ਰਾਸ ਜੀਓ। ਬਸ ਕੁਚੱਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੇਵਲ ਪਦਾਰਥ ਇਕੱਠਾ ਹੀ ਕਰਨਾ ਮਿਥਿਆ ਹੋਇਆ ਵਾ। ਬਸ ਮੰਦਰ ਮਿੱਟੀ ਸੰਦੜੇ। ਕੁਚੱਜੀ ਦਾ ਚਿੱਤ ਮੰਦਰਾਂ ਦੇ ਵਿੱਚ ਬੜਾ ਲੱਗਦਾ ਹੋਊਗਾ, ਕੋਠਿਆਂ 'ਚ ਬੜਾ ਚਿੱਤ ਲੱਗਦਾ ਜਿਹਦਾ ਉਹ ਕੁਚੱਜੀ ਹੈ। ਪੱਥਰ ਕੀਚੇ ਰਾਸ ਜੀਓ। ਜ਼ਿੰਦਗੀ ਦੀ ਰਾਸ ਕੀ ਹੈ? ਪੱਥਰ। ਹਾਲਾਂਕਿ ਜ਼ਿੰਦਗੀ ਦੀ ਰਾਸ ਪੱਥਰ ਨਹੀਂ ਹੋਣਾ ਚਾਹੀਦਾ। ਹਰ ਰਾਸ ਮੇਰੀ ਮਨ ਮਨਜਾਰਾ, ਹਰ ਰਾਸ ਮੇਰੀ ਮਨ ਮਨਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੋ ਜੀਓ, ਲਾਹਾ ਖਟੋ ਦਿਹਾੜੀ। ਇਹ ਤੰਤ ਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕ ਹਰ ਰਾਸ ਮੇਰੀ। ਗੁਣਵੰਤੀਆਂ ਦੀ ਰਾਸ ਕੀ ਹੁੰਦੀ ਆ? ਹਰੀ ਕਾ ਨਾਮ। ਤੇ ਕੁਚੱਜੀਆਂ ਦੀ ਕੀ ਰਾਸ ਹੁੰਦੀ ਆ? ਮੰਦਰ ਮਿੱਟੀ ਸੰਦੜੇ, ਪੱਥਰ ਕੀਚੇ ਰਾਸ ਜੀਓ। ਪੱਥਰ ਤੇ ਮਿੱਟੀ, ਇਹ ਬੰਦੇ ਨੇ ਆਪਣੀ ਰਾਸ ਪੂੰਜੀ ਬਣਾਈ ਹੋਈ ਹੈ ਅਤੇ ਸਾਰੀ ਜ਼ਿੰਦਗੀ ਇਹਦੇ ਵਾਸਤੇ ਹੀ ਖਪਦਾ ਮਰਦਾ ਰਹਿੰਦਾ ਹੈ, ਕਿਉਂਕਿ ਰਾਸ ਵਾ ਉਸਦੀ ਹੈ। ਤਾਂ ਅਤੇ ਭਗਤਾਂ ਕੀ ਰਾਸ ਹੋਰ ਹੁੰਦੀ ਆ, ਉਹਦੇ ਵਾਸਤੇ ਉਹ ਫਿਰ ਆਪਣਾ ਕਾਰੋਬਾਰ ਕਰਦੇ ਨੇ। ਰਾਸ ਮੇਰੀ ਮਨ ਮਨਜਾਰ। ਤਾਂ ਜਿਹੜੀ ਕੁਚੱਜੀ ਆ ਉਹ ਮਨਮੁਖ ਵਾ, ਜਿਹੜੀ ਸੁਚੱਜੀ ਆ ਉਹ ਗੁਰਮੁਖ ਵਾ। ਜਿਹੜੀ ਸੁਚੱਜੀ ਆ ਉਹਦੀ ਅੰਬੜੀ ਸਾਮ ਆ, ਉਹਦੇ ਕੋਲ ਬੜੀ ਮਿਠਾਸ ਵਾ, ਉਹਦੇ ਕੋਲ ਤਪਸ਼ ਨਹੀਂ ਆ, ਕ੍ਰੋਧ ਨਹੀਂ ਆ। ਦੁਨੀਆ ਜਿੱਦਾਂ ਸੂਰਜ ਤਪਦਾ ਹੈ ਅਤੇ ਕਈਆਂ ਰੁੱਖਾਂ ਦੀ ਧੁੱਪ ਵੀ ਤਪ ਜਾਂਦੀ ਆ, ਪਰ ਇੱਥੇ ਕ੍ਰੋਧ ਦੀ ਅਗਨੀ ਨਾਲ ਜਿਹਦੀ ਸੁਰਤ ਨਾ ਤਪੇ ਉਹਨੂੰ ਕਹਿੰਦੇ ਨੇ ਇਹ ਅੰਬੜੀ ਛਾਮ ਵਾ, ਇਹ ਠੰਡਾ ਵਾ। ਅਤੇ ਮਨਮੁਖ ਊਬੇ ਸੁੱਕ ਗਏ। ਬਸ ਮਨਮੁਖ ਤੇ ਖਲੋਤੇ ਖਲੋਤੇ ਸੁੱਕੇ ਹੋਏ ਨੇ, ਕੋਈ ਸ਼ਾਨ ਨਹੀਂ ਹੈ, ਕੋਈ ਸਹਿਜ ਨਹੀਂ, ਕੋਈ ਧੀਰਜ ਨਹੀਂ, ਕੁਛ ਨਹੀਂ, ਟਿਕਾ ਨਹੀਂ, ਕੱਖ ਨਹੀਂ, ਸੁੱਕੇ ਹੋਏ ਨੇ। ਉਹ ਤਾਂ ਕੋਈ ਪੱਤਾ ਨਹੀਂ ਹੈ, ਕੋਈ ਫੁੱਲ ਨਹੀਂ ਹੈ, ਕੋਈ ਫਲ ਨਹੀਂ ਹੈ, ਕੱਖ ਵੀ ਨਹੀਂ ਹੈ। ਮਨਮੁਖ ਊਬੇ ਸੁੱਕ ਗਏ,
ਨਾ ਤਿੰਨਾ ਘਰ ਨਾ ਗਰਾਓ, ਨਿਤ ਕਟੀਏ ਤੇ ਨਿਤ ਜਾਲੀਏ, ਜਿੰਨਾ ਗੁਰਮੁਖ ਨਾਮ ਨਾ ਹੋਏ। ਬਸ ਇਹ ਨਿਸ਼ਾਨੀਆਂ ਕੁਚੱਜੀ ਮਹਿਣੇ ਦੁਹਾਗਣ, ਗੁਣਵੰਤੀ ਮਹਿਣੇ ਸੁਹਾਗਣ। ਸੁਹਾਗਣ ਕਿਆ ਕਰਮ ਕਮਾਇਆ, ਦੁਹਾਗਣੀ ਕਿਆ ਨਿਸ਼ਾਨੀਆਂ। ਖਸਮੋਂ ਕੁੱਥੀਆਂ ਫਿਰੇ ਨਿਮਾਣੀਆਂ, ਮੈਲੇ ਵੇਸ ਤਿੰਨਾ ਕਾਮਣੀ, ਦੁਖੀ ਰਹਿਣ ਵਿਆਏ ਜੀਓ। ਦੁੱਖਾਂ ਨਾ ਭਰ ਗਈ ਕੁਚੱਜੀ, ਤੇ ਗੁਰਮੁਖ ਸੁੱਖ ਸਬਾਣ ਜੀਓ। ਗੁਣਵੰਤੀ ਦੇ ਕੋਲ ਸੁੱਖ ਹੀ ਸੁੱਖ ਨੇ, ਤੇ ਗੁਣਵੰਤੀ ਦੇ ਕੋਲ ਕੁਚੱਜੀ ਦੇ ਕੋਲ ਦੁੱਖ ਹੀ ਦੁੱਖ ਨੇ। ਇਸ ਕਰਕੇ ਜਿਹੜੀ ਕੁਚੱਜੀ ਉਹ ਮਨਮੁਖ ਆ, ਜਿਹੜੀ ਸੁਚੱਜੀ ਆ ਉਹ ਗੁਰਮੁਖ ਵਾ। ਗੁਰਮੁਖਾਂ ਦੀ ਆਪਣੀ ਰਾਸ ਪੂੰਜੀ ਆ, ਤੇ ਮਨਮੁਖਾਂ ਦੀ ਆਪਣੀ ਰਾਸ ਪੂੰਜੀ ਆ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ, ਕਾਈ ਰਾਤ ਜੀਓ। ਹਾਂਜੀ।